श्री वाहिगुरु साहिब जी। ज्ञान ध्यान किश कर्म न जाना, सार न जाना तेरी। सब ते वड्डा सतगुर नानक, सब ते वड्डा सतगुर नानक। जिन कल राखी मेरी, सो कहियत है सूरा, सो कहियत है सूरा, सो कहियत है सूरा, सो कहियत है सूरा। कहियत है सूरा, सो कहियत है सूरा, सो कहियत है सूरा, सो कहियत है सूरा। जाको हर रंग लागो इस युग में, जाको हर रंग लागो इस युग में। जाको हर रंग लागो इस युग में, जाको हर रंग लागो इस युग में। सो कहियत है सूरा, सो कहियत है सूरा, सो कहियत है सूरा, सो कहियत है सूरा। जाको हर रंग लागो इस युग में, सो कहियत है सूरा। आत्म जिने सगल वसता के, जाका सतगुर पूरा। ठाकुर का ये आत्म रंग, सरनी पावन नाम त्यावन। सहज समावन संग, जन के चरण वसै मेरे हियरे। संग पुनीता देही, जन की धूड़ देहो कृपा निध। जन की धूड़ देहो कृपा निध। नानक कै सुख एही, रब्बा धूड़ बना दे मैनू उन्हां दी। जेड़े तेरा नाम जप दे, रब्बा धूड़ बना दे मैनू उन्हां दी। जेड़े तेरा नाम जप दे।
ਮਾਲਕਾ ਜਿਹੜੇ ਤੇਰਾ ਨਾਮ ਜਪਦੇ, ਮਾਲਕਾ ਜਿਹੜੇ ਤੇਰਾ ਨਾਮ ਜਪਦੇ, ਮਾਲਕਾ ਜਿਹੜੇ ਤੇਰਾ ਨਾਮ ਜਪਦੇ, ਹਾਂ ਜਿਹੜੇ ਤੇਰਾ ਜੀ ਨਾਮ ਜਪਦੇ, ਜਿਹੜੇ ਤੇਰਾ ਜੀ ਨਾਮ ਜਪਦੇ, ਰੱਬਾ ਧੂੜ ਬਣਾ ਦੇ ਮੈਨੂੰ ਨਾਂ ਦੀ, ਧੂੜ ਬਣਾ ਦੇ ਮੈਨੂੰ ਨਾਂ ਦੀ, ਰੱਬਾ ਧੂੜ ਬਣਾ ਦੇ ਮੈਨੂੰ ਨਾਂ ਦੀ, ਨਾਮ ਜਪਦੇ। ਜਨ ਕੀ ਧੂੜ ਦੇਹੁ ਕਿਰਪਾ ਨਿਤ, ਨਾਨਕ ਕੈ ਸੁਖ ਇਹੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਛਤਰ ਛਾਇਆ ਔਰ ਮਹਾਂਪੁਰਸ਼ਾਂ ਦੇ ਤਪੋ ਸਥਾਨਾਂ 'ਤੇ ਹਰ ਮਹੀਨੇ ਦੀ ਤਰ੍ਹਾਂ ਮੱਸਿਆ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਅਸੀਂ ਤੁਸੀਂ ਸਾਰੇ ਹੀ ਗੁਰੂ ਚਰਨਾਂ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਗਵਾਉਣ ਲਈ ਇਸ ਸਥਾਨ 'ਤੇ ਉੱਪਰ ਆਏ ਹਾਂ। ਗਰੀਬ ਨਵਾਜ ਕਿਰਪਾ ਕਰਨ ਸਾਰਿਆਂ 'ਤੇ ਸਭ ਦੀ ਹਾਜ਼ਰੀ ਆਪ ਦੇ ਦਰ 'ਤੇ ਪ੍ਰਵਾਨ ਕਰਨ। ਸਾਧ ਸੰਗਤ ਬਾਣੀ ਦਾ ਫਰਮਾਨ ਹੈ ਕਿ ਆ ਮਨੁੱਖਾ ਦੇਹੀ ਜੋ ਸਾਨੂੰ ਮਿਲੀ ਹੈ, ਇਹ ਪਰਮੇਸ਼ਰ ਦਾ ਭਜਨ ਕਰਨ ਲਈ, ਉਹਦਾ ਨਾਮ ਜਪਣ ਲਈ ਮਿਲੀ ਹੈ। ਰੋਜ਼ ਪੜ੍ਹਦੇ ਹਾਂ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗ ਭਜ ਕੇਵਲ ਨਾਮ। ਉੱਤਮ ਭਾਗਾਂ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ ਨੇ ਜਦੋਂ ਕਿਸੇ ਜੀਵ ਨੂੰ ਗੁਰੂ ਮਹਾਰਾਜ ਦੇ ਔਰ ਸਤਿਪੁਰਸ਼ਾਂ ਦੇ ਅਸਥਾਨਾਂ 'ਤੇ ਆਉਣ ਦਾ ਸੁਭਾਗ ਮਿਲਦਾ ਹੈ। ਬੜਿਆਂ ਭਾਗਾਂ ਵਾਲੇ ਮਹਾਰਾਜ ਨੇ ਉਹਨਾਂ ਨੂੰ ਗਿਣਿਆ ਹੈ ਗੁਰਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਬੜ ਭਾਗੀ ਹਰ ਦਰਸ਼ਨ ਦਾ, ਭਾਗਹੀਣ ਭ੍ਰਮ ਚੋਟਾਂ ਖਾਵੇ। ਭਾਗਾਂ ਦੀਆਂ ਨਿਸ਼ਾਨੀਆਂ ਨੇ। ਅਸੀਂ ਤੁਸੀਂ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੰਸਾਰ ਦੇ ਕੰਮਾਂ ਨੂੰ ਪਿੱਠ ਦੇ ਕੇ ਹਾਜ਼ਰੀਆਂ ਲਗਵਾਉਣ ਲਈ ਆਏ ਹਾਂ। ਤਾਂ ਤੇ ਆਓ, ਜਿਤਨਾ ਵੀ ਸਮਾਂ ਬਖਸ਼ਿਸ਼ ਹੋਇਆ ਹੈ, ਕਿਉਂਕਿ ਸਮਾਂ ਬਹੁਤਾ ਨਹੀਂ ਲਾਉਣਾ, ਉਤਨਾ ਚਿਰ ਚਿੱਤ ਵਿਰਤਿਆਂ ਨੂੰ ਇਕਾਗਰਤਾ ਦੇ ਵਿੱਚ ਰੱਖ ਕੇ ਮਹਾਰਾਜ ਦਾ ਜਸ ਕਰਨਾ ਹੈ। ਰਸਨਾ ਦੇ ਨਾਲ ਧਾਰਨਾ ਵਿੱਚ ਬੋਲਣ ਦੀ ਕਿਰਪਾਲਤਾ ਕਰਨੀ, ਉੱਚੀ ਨਹੀਂ ਜਿਤਨਾ ਵੀ ਬੋਲ ਸਕਦੇ ਹੋ, ਕਿਉਂਕਿ ਇਹ ਰਸਨਾ ਦੀ ਜਿਹੜੀ ਸਫਲਤਾ ਹੈ ਉਹ ਪਰਮੇਸ਼ਰ ਦਾ ਨਾਮ ਲਿਆ ਹੈ। ਸਾਧ ਸੰਗਤ ਜੀ,
ਮਹਾਰਾਜ ਬਾਣੀ ਵਿੱਚ ਦੱਸਦੇ ਨੇ, ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਸੁਣਦੇ, ਕਿਉਂਕਿ ਕਈਆਂ ਨੂੰ ਚੰਗਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਉਹ ਕਿਹੋ ਜਿਹੇ ਨੇ? ਮਹਾਰਾਜ ਕਹਿੰਦੇ ਜੋ ਨਾ ਸੁਣੇ ਜਸ ਪਰਮਾਨੰਦਾ, ਤ੍ਰਿਗਦ ਜੋਨ ਤੇ ਨਰਮੰਦਾ। ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਸੁਣਦੇ, ਸੁਣਨਾ ਚਾਹੁੰਦੇ ਜਾਂ ਜਪਦੇ ਨਹੀਂ, ਮਹਾਰਾਜ ਕਹਿੰਦੇ ਜਿਹੜੇ ਸੁਣਦੇ ਨਹੀਂ ਹਰੀ ਦਾ ਜਸ ਪਿਆਰਿਓ, ਮੰਦੇ ਪਸ਼ੂ ਪੰਛੀਆਂ ਤੋਂ। ਸੁਣਦੇ ਨਹੀਂ ਹਰੀ ਦਾ ਜਸ ਪਿਆਰਿਓ, ਮੰਦੇ ਪਸ਼ੂ ਪੰਛੀਆਂ ਤੋਂ। ਜਿਹੜੇ ਸੁਣਦੇ ਨੇ ਪਿਆਰਿਓ, ਮੰਦੇ ਪਸ਼ੂ ਪੰਛੀਆਂ ਤੋਂ। ਜਿਹੜੇ ਸੁਣਦੇ ਨਹੀਂ ਹਰੀ ਦਾ ਜਸ ਪਿਆਰਿਓ, ਉਹ ਮੰਦੇ ਪਸ਼ੂ ਪੰਛੀਆਂ ਤੋਂ। ਪਿਆਰੇ ਜੀ ਮੰਦੇ ਪਸ਼ੂ ਪੰਛੀਆਂ ਤੋਂ। ਪਿਆਰੇ ਜੀ ਮੰਦੇ ਪਸ਼ੂ ਪੰਛੀਆਂ ਤੋਂ। ਜਿਹੜੇ ਸੁਣਦੇ ਨਹੀਂ ਹਰੀ ਦਾ ਜਸ ਪਿਆਰਿਓ, ਮੰਦੇ ਪਸ਼ੂ ਪੰਛੀਆਂ ਤੋਂ। ਜੋ ਨਾ ਸੁਣੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ। ਮਹਾਰਾਜ ਕਹਿੰਦੇ ਉਹ ਜਿਹੜੇ ਆ ਪਸ਼ੂ ਪੰਛੀ ਟੇਢੀਆਂ ਮੇਢੀਆਂ ਜੂਨਾਂ ਧਰਤੀ 'ਤੇ ਰਿੰਗਣ ਵਾਲੇ ਨੇ, ਉਹਨਾਂ ਤੋਂ ਵੀ ਸਾਧ ਸੰਗਤ ਉਹਨਾਂ ਨੂੰ ਮਾੜਾ ਦੱਸਿਆ ਹੈ ਗੁਰਬਾਣੀ ਦੇ ਵਿੱਚ। ਪਰਮੇਸ਼ਰ ਦਾ ਨਾਮ ਬੜੀਆਂ ਬੜੀਆਂ ਰਹਿਮਤਾਂ, ਬੜੀਆਂ ਬੜੀਆਂ ਬਖਸ਼ਿਸ਼ਾਂ ਵਾਲਾ ਹੈ ਸਾਧ ਸੰਗਤ। ਇਸ ਲਈ ਮਹਾਰਾਜ ਕਹਿੰਦੇ ਹਰ ਪ੍ਰਾਣੀ ਮਾਤਰ ਨੂੰ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ, ਉਹਦੇ ਗੁਣ ਗਾਉਣੇ ਚਾਹੀਦੇ ਨੇ। ਜਿਹੜਾ ਨਹੀਂ ਜਪਦਾ, ਨਹੀਂ ਹਰੀ ਦਾ ਜਸ ਸੁਣਦਾ ਜਾਂ ਜੀਭਾਂ ਦੇ ਨਾਲ ਉਹਦਾ ਨਾਮ ਨਹੀਂ ਉਚਰਦਾ, ਮਹਾਰਾਜ ਕਹਿੰਦਾ ਉਹ ਤਾਂ ਪਸ਼ੂਆਂ ਤੋਂ ਵੀ ਭੈੜਾ ਹੈ, ਮਾੜਾ ਹੈ, ਗੁਰਬਾਣੀ ਵਿੱਚ ਦੱਸਿਆ। ਅਤੇ ਪੁੱਛਿਆ ਮਹਾਰਾਜ ਨੂੰ, ਮਹਾਰਾਜ ਜਿਹੜੇ ਉਹਦਾ ਨਾਮ ਜਪਦੇ ਨੇ, ਉਹਦਾ ਭਜਨ ਕਰਦੇ ਨੇ, ਉਹਦੇ ਗੁਣ ਗਾਉਂਦੇ ਨੇ, ਉਹਨਾਂ ਦੀ ਕਿਹੋ ਜਿਹੇ ਹਾਲਾਤ ਨੇ, ਉਹ ਕਿਹੋ ਜਿਹੇ ਨੇ? ਮਹਾਰਾਜ ਕਹਿਣ ਲੱਗੇ ਉਹ
ਉਹਨਾਂ ਨੂੰ ਬੜਾ ਕੁਝ ਮਿਲਦਾ ਹੈ। ਜਿਹੜੇ ਸ਼ਰਧਾ ਭਾਵਨਾ ਦੇ ਨਾਲ, ਲੋੜ ਸ਼ਰਧਾ ਦੀ ਹੈ, ਸ਼ਰਧਾ ਦੇ ਨਾਲ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਗਾਉਂਦੇ ਨੇ, ਸੁਣਦੇ ਨੇ, ਸੁਣਾਉਂਦੇ ਨੇ, ਭਾਵਨਾ ਦੇ ਨਾਲ। ਮਹਾਰਾਜ ਕਹਿੰਦੇ ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਇਸ ਪੌੜੀ ਦੇ ਵਿੱਚ ਮਹਾਰਾਜ ਨੇ ਇਹ ਸੁਣਨ ਦੀਆਂ ਸਾਰੀਆਂ ਸਾਧ ਸੰਗਤ ਦੀ ਬਰਕਤਾਂ ਦੱਸੀਆਂ ਨੇ। ਕਹਿੰਦੇ ਜਿਹੜੇ ਸ਼ਰਧਾ ਦੇ ਨਾਲ ਗੁਰੂ ਦੇ ਦਰ 'ਤੇ ਆ ਕੇ ਬੈਠ ਕੇ ਸੁਣਦੇ ਨੇ ਨਾ, ਉਹਨਾਂ ਨੂੰ ਫਿਰ 68 ਤੀਰਥ ਮੰਨੇ ਨੇ, ਬੜੇ ਬੜੇ ਜਿਹੜੇ ਪ੍ਰਮੁੱਖ ਨੇ ਉਹ 68 ਤੀਰਥ ਮੰਨੇ ਨੇ। ਉਹਨਾਂ 'ਤੇ ਜੇ ਜਾਣਾ ਚਾਹੀਏ ਅਸੀਂ ਸਾਧ ਸੰਗਤ, ਬੜਾ ਸਮਾਂ ਲੱਗੇਗਾ, ਬੜਾ ਪੈਸਾ ਵੀ ਖਰਚ ਆਵੇਗਾ, ਸਾਡੀ ਉਮਰ ਵੀ ਕਾਫੀ ਲੱਗ ਜਾਵੇਗੀ ਜੇ 68 ਤੀਰਥਾਂ 'ਤੇ ਅਸੀਂ ਦਰਸ਼ਨ ਪਰਸ਼ਨ ਕਰਨੇ ਹੋਣ, ਇਸ਼ਨਾਨ ਕਰਨਾ ਹੋਵੇ। ਪਰ ਮਹਾਰਾਜ ਨੇ ਸੁਖੈਨ ਸਾਨੂੰ ਸਾਧਨ ਦੱਸ ਦਿੱਤਾ, ਪਰ ਅਸੀਂ ਅਪਣਾਉਂਦੇ ਨਹੀਂ ਹਾਂ। ਬਹੁਤਾਤ ਐਸੀ ਹੋ ਗਈ ਹੈ ਜਿਹੜੀ ਗੁਰੂ ਦੇ ਬਚਨਾਂ ਨੂੰ ਮੰਨਦੀ ਨਹੀਂ ਹੈ। ਮਹਾਰਾਜ ਕਹਿੰਦੇ ਇਕੱਲੇ ਇਕੱਲੇ ਤੀਰਥ 'ਤੇ ਜਾਣ ਨਾਲੋਂ ਜੇ ਕੋਈ ਚਿੱਤ ਦੇ ਵਿੱਚ ਸ਼ਰਧਾ ਧਾਰ ਕੇ ਸਤਸੰਗਤ ਵਿੱਚ ਬੈਠ ਕੇ, ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸ਼ਰਧਾ ਦੇ ਨਾਲ ਪਰਮੇਸ਼ਰ ਦਾ ਨਾਮ ਜਪ ਲਵੇ, ਨਾਮ ਸੁਣ ਲਵੇ ਭਾਵਨਾ ਦੇ ਨਾਲ, ਕਹਿੰਦੇ ਉਹਨੂੰ 68 ਤੀਰਥਾਂ ਦਾ ਫਲ ਮਿਲ ਜੂ। ਇਤਨਾ ਮਹਾਰਾਜ ਨੇ ਕਿਰਪਾ ਕਰ ਦਿੱਤੀ। ਹੁਣ ਇਹੋ ਜਿਹੀ ਗਰਮੀ ਵਿੱਚ ਕਿਤੇ ਤੀਰਥਾਂ 'ਤੇ ਜਾਣਾ ਹੋਵੇ, 68 ਦੇ ਦਰਸ਼ਨ ਕਰਨੇ ਹੋਣ, ਉਹੀ ਜਾਨ ਨਿਕਲ ਜਾਂਦੀ ਵੀ ਗਰਮੀ ਬੜੀ ਹੈ। ਪਰ ਜਦੋਂ ਕਹਿੰਦੇ ਗੁਰੂ ਦੀ ਗੋਦ ਵਿੱਚ ਬੈਠ ਕੇ ਤੇ ਸਾਰੇ ਸੁੱਖ ਦੇ ਸਾਧਨ ਦਿੱਤੇ ਨੇ ਮਹਾਰਾਜ ਨੇ ਆਪਾਂ ਨੂੰ। ਜੇ ਆਪਾਂ ਫੇਰ ਵੀ ਨਾ ਗੁਰੂ ਘਰ ਆਈਏ ਫਿਰ ਸਾਤੋਂ ਮਾੜੇ ਭਾਗ ਕਿਹਦੇ ਹੋਣਗੇ ਸਾਧ ਸੰਗਤ। ਇਸ ਲਈ ਮਹਾਰਾਜ ਕਹਿੰਦੇ 68 ਤੀਰਥਾਂ ਦਾ ਉਹਨੂੰ ਫਲ ਮਿਲ ਜਾਂਦਾ। ਜਿਹੜਾ ਬੰਦਾ 68 ਤੀਰਥਾਂ ਦਾ ਫਲ ਉਹਨੂੰ ਮਿਲਦਾ, ਜਿਤ ਲਾ ਕੇ ਸੁਣੇ ਨਾਮ ਨੂੰ। 68 ਤੀਰਥਾਂ ਦਾ ਫਲ ਉਹਨੂੰ ਮਿਲਦਾ, ਜਿਤ ਲਾ ਕੇ ਸੁਣੇ ਨਾਮ ਨੂੰ। ਜਿਤ ਲਾ ਕੇ ਸੁਣੇ ਨਾਮ ਨੂੰ, ਸੰਗ ਤੇ ਜਿਤ ਲਾ ਕੇ ਸੁਣੇ ਨਾਮ ਨੂੰ। ਜਿਤ ਲਾ ਕੇ ਸੁਣੇ ਨਾਮ ਨੂੰ, ਸੰਗ ਤੇ ਜੋ ਜਿਤ ਲਾ ਕੇ ਸੁਣੇ ਨਾਮ ਨੂੰ। ਸੁਣੇ ਨਾਮ ਨੂੰ 68 ਤੀਰਥਾਂ ਦਾ ਫਲ ਉਹਨੂੰ ਮਿਲ ਜਾਂਦਾ, ਜੋ ਚਿੱਤ ਲਾ ਕੇ ਸੁਣੇ ਨਾਮ ਨੂੰ।
ਮਹਾਤਮ ਇਤਨਾ ਫਲ ਹੈ ਚਿੱਤ ਦੀ ਇਕਾਗਰਤਾ ਦੇ ਨਾਲ ਸੁਣੇ ਹੋਏ ਪਰਮੇਸ਼ਰ ਦੇ ਨਾਮ ਦਾ, ਗੁਰਬਾਣੀ ਦਾ, ਕੀਰਤਨ ਦਾ। ਇਹ ਕੀਰਤਨ ਵੀ ਨਾਮ ਰੂਪ ਹੀ ਹੈ। ਪਾਠ ਕਰਦੇ ਹਾਂ, ਸਾਰੀ ਗੁਰਬਾਣੀ ਨਾਮ ਰੂਪੀ ਹੈ ਸਾਸਨ। ਪਰ ਜੇ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਕਹਿੰਦੇ ਸੁਣ ਲਿਆ। ਆਪਾਂ ਰੋਜ਼ ਪੜ੍ਹਦੇ ਹਾਂ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਦੀ ਮਹਿਮਾ ਆਪਾਂ ਬਿਆਨ ਨਹੀਂ ਕਰ ਸਕਦੇ। ਜਿਨ੍ਹਾਂ ਨੇ ਇਕਾਗਰਤਾ ਦੇ ਨਾਲ ਪਰਮੇਸ਼ਰ ਦਾ ਨਾਮ ਸੁਣ ਲਿਆ, ਗੁਰੂ ਦੀ ਬਾਣੀ ਸੁਣ ਲਈ ਸਾਧ ਸੰਗਤ। ਥਾਂ ਥਾਂ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਚਾਰਨ ਹੋ ਰਹੇ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ। ਰਚਨਾ ਉਚਾਰ ਜ਼ਰੂਰ ਰਹੀ ਹੈ, ਉੱਦਮ ਹੈ, ਬਹੁਤ ਅੱਛੀ ਗੱਲ ਹੈ। ਪਰ ਰਚਨਾ ਸਾਡੀ ਹਰ ਹਰ ਨਿਤ ਕਰੇ ਰਚਨਾ, ਕਹਿਆ ਕਛੂ ਨਾ ਜਾਣੇ। ਰਚਨਾ ਉਚਾਰਨ ਤਾਂ ਕਰਦੀ ਹੈ, ਪਰ ਬਾਣੀ ਕਹਿੰਦੀ ਕੀ ਹੈ ਇੱਧਰ ਖਿਆਲ ਨਹੀਂ ਜਾਂਦਾ ਹੈ ਸਾਧ ਸੰਗਤ ਜੀ। ਸੋ ਮਹਾਰਾਜ ਨਾਮ ਦੀ ਗੱਲ ਕਰਦੇ ਨੇ, ਕਹਿੰਦੇ ਜਿਨ੍ਹਾਂ ਨੇ ਸੁਣ ਲਿਆ ਇੱਕ ਵਾਰ, ਏਕ ਚਿੱਤ ਜੈ ਏਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਦਸਮੇਸ਼ ਪਿਤਾ ਦੀ ਕਹਿੰਦੇ ਜਿਨ੍ਹਾਂ ਨੇ ਇੱਕ ਵਾਰ, ਇੱਕ ਛਿਣ, ਅੱਖ ਦੇ ਖੋਲ੍ਹਣ ਅਤੇ ਬੰਦ ਕਰਨ ਦੇ ਸਮੇਂ ਨੂੰ ਛਿਣ ਕਹਿੰਦੇ ਨੇ। ਇੰਨਾ ਚਿਰ ਵੀ ਕਿਸੇ ਨੇ ਸ਼ਰਧਾ ਦੇ ਨਾਲ ਸੁਣ ਲਿਆ, ਕਹਿੰਦੇ ਉਹ ਕਾਲ ਦੀ ਫਾਹੀ ਤੋਂ ਮੁਕਤ ਹੋ ਜਾਂਦਾ ਹੈ। ਪਰ ਹੈ ਬੜਾ ਔਖਾ, ਕਿਉਂਕਿ ਮਨ ਟਿਕਦਾ ਨਹੀਂ, ਸਾਡਾ ਸੁਭਾਅ ਨਹੀਂ ਬਣਿਆ। ਜੇ ਅਸੀਂ ਬੈਠਦੇ ਹਾਂ ਤਾਂ ਦੇਖਾ ਦੇਖੀ, ਭੇਖਾ ਭੇਖੀ ਬੈਠ ਜਾਂਦੇ ਹਾਂ ਵੀ ਉਹ ਕੀ ਕਹੂਗਾ, ਵੀ ਹੁਣੇ ਚੱਲਿਆ। ਜੇ ਅੰਦਰੋਂ ਸ਼ਾਂਤ ਹੋ ਕੇ ਬੈਠ ਕੇ, ਮਹਾਰਾਜ ਕਹਿੰਦੇ ਇੰਨਾ ਸਮਾਂ ਵੀ ਤੁਸੀਂ ਪਰਮੇਸ਼ਰ ਦੀ ਯਾਦ ਵਿੱਚ, ਉਹਦੇ ਨਾਮ ਦੇ ਵਿੱਚ ਟਿਕਾ ਲਿਆ, ਤੁਹਾਨੂੰ ਮੁਕਤੀ ਮਿਲ ਜਾਵੇਗੀ, ਤੁਹਾਡਾ ਭਲਾ ਹੋ ਜਾਵੇਗਾ। ਅੱਜ ਬਾਣੀ ਅਸੀਂ ਸਾਰੇ ਪੜ੍ਹਦੇ ਹਾਂ, ਕਲਪਨਾ ਸਾਡੇ ਸਾਰਿਆਂ ਦੇ ਮਨ ਵਿੱਚ ਬਹੁਤ ਆ। ਆਮ ਲੋਕ ਕਹਿੰਦੇ ਨੇ ਯਾਰ ਬਾਣੀ ਬੜਾ ਪੜ੍ਹਦਾ, ਪਰ ਫੇਰ ਵੀ ਕਲਪ ਹੀ ਜਾਂਦਾ, ਮਾਇਆ ਮਾਇਆ ਕਰੀ ਜਾਂਦਾ। ਕਿਉਂ? ਸਾਡਾ ਤਾਂ ਉੱਧਰ ਧਿਆਨ ਨਹੀਂ ਜਾਂਦਾ। ਰਚਨਾ ਸਾਡੀ ਜਪੀ ਜਾਂਦੀ, ਰਚਨਾ ਬੋਲੀ ਜਾਂਦੀ। ਬਾਣੀ ਦੇ ਪੜ੍ਹੇ ਪਾਠ ਪੜ੍ਹ ਲਏ, 5 ਕਰਦਾ, ਕੋਈ 4 ਕਰਦਾ, ਕੋਈ 10 ਕਰਦਾ, ਰਚਨਾ ਕਰੀ ਜਾਂਦੀ, ਹਲੇ ਹਿਰਦੇ ਵਿੱਚ ਨਹੀਂ ਉਤਰਦਾ ਸਾਸਨ। ਜਿੱਦਣ ਹਿਰਦੇ ਵਿੱਚ ਉਤਰ ਗਿਆ ਤਾਂ ਉਸ ਵੇਲੇ ਇੱਕੋ ਹੀ ਪੰਕਤੀ ਨੇ ਸਾਡੇ ਅੰਦਰ ਠੰਡ ਵਰਤਾ ਦੇਣੀ ਹੈ। ਜਿਨ੍ਹਾਂ ਨੇ ਸੁਣ ਲਿਆ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਅਸੀਂ ਤਾਂ 2-2 ਘੰਟੇ, 1.5 ਘੰਟਾ ਬੈਠ ਕੇ ਵੀ ਸਾਡੇ ਅੰਦਰ ਨਹੀਂ ਗੱਲ ਜਾਂਦੀ। ਸਾਧ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਦੇ ਵਿੱਚ ਇੱਕ ਸਾਖੀ ਆਉਂਦੀ ਹੈ। ਭਾਈ ਤੀਰਥਾ ਹੋਇਆ, ਜਿਹਨੂੰ ਇਤਿਹਾਸ ਵਿੱਚ ਭਾਈ ਮੰਝ ਜੀ ਕਰਕੇ ਜਾਣਿਆ ਜਾਂਦਾ ਹੈ। ਕੰਗ ਮਾਈ ਦੇ ਰਹਿਣ ਵਾਲਾ ਹੈ, ਚੌਧਰੀ ਹੈ ਨਗਰ ਦਾ ਸਾਧ ਸੰਗਤ, ਔਰ ਸਖੀ ਸਰਬਰ ਦਾ ਇਹ ਚੇਲਾ ਹੈ। ਸਖੀ ਸਰਬਰ ਨੇ ਬਹੁਤ ਜ਼ੋਰ ਪਾਇਆ ਹੋਇਆ ਸੀ ਪੰਜਾਬ ਦੇ ਵਿੱਚ, ਭੋਲੇ ਭਾਲੇ ਲੋਕਾਂ ਨੂੰ ਆਪਣੇ ਮਗਰ ਲਾ ਕੇ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਕਰੀ ਜਾ ਰਹੇ ਸੀ। ਤਬਾਹ ਕਿਸ ਕਰਕੇ? ਪਰਮੇਸ਼ਰ ਦੇ ਨਾਮ ਤੋਂ ਬਗੈਰ ਜੋ ਹੈ ਸਭ ਕੁਝ ਸਾਧ ਸੰਗਤ ਉਹ ਕਿਸੇ ਕੀਮਤ ਵਿੱਚ ਨਹੀਂ ਆਉਂਦਾ, ਉਹ ਜੋ ਮਰਜ਼ੀ ਕਰੀ ਜਾਓ ਤੁਸੀਂ। ਸੋ ਉਹ ਚੌਧਰੀ ਸੀ ਨਗਰ ਦਾ, ਕਹਿੰਦੇ 500-500 ਬੰਦਾ ਇਹਦੇ ਨਾਲ ਚੱਲਿਆ ਕਰਦਾ ਸੀ। ਇਤਨੀ ਇਹਦੀ ਟੌਰ ਸੀ, ਇਤਨਾ ਇਹਦਾ ਜ਼ੋਰ ਸੀ, ਇਤਨਾ ਇਹ ਫੇਮਸ ਹੋਇਆ ਸੀ ਸਾਧ ਸੰਗਤ ਜੀ। ਨਗਰਾਂ ਵਿੱਚ ਜਾ ਕੇ ਸਖੀ ਸਰਬਰ ਦਾ ਇਹ ਪ੍ਰਚਾਰ ਕਰਿਆ ਕਰਦਾ ਸੀ। ਇਹਨੇ ਪਿੰਡਾਂ ਦੇ ਵਿੱਚ ਜਾ ਕੇ ਪੀਰਖਾਨੇ ਬਣਾਏ ਹੋਏ ਸੀ। ਅੱਜ ਆਪਾਂ ਦੇਖਦੇ ਹਾਂ ਕਬਰਾਂ, ਹੋਰ ਪੀਰਖਾਨੇ ਬਣੇ ਨੇ, ਸਾਡੇ ਲੋਕ ਬੜੇ ਸ਼ੌਂਕ ਨਾਲ ਜਾਂਦੇ ਨੇ, ਪਰ ਉਹਨਾਂ ਨੂੰ ਇਹਦਾ ਪਿਛਲਾ ਇਤਿਹਾਸ ਨਹੀਂ ਪਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਵਿੱਚ ਇਹ ਸ਼ੇਖ ਫਤਿਹ ਹੋਇਆ ਹੈ। ਇੱਕ ਇੱਧਰ ਤਰਨ ਤਾਰਨ ਜਿੱਥੇ ਆਪਾਂ ਲੋਕ ਦੁੱਧ ਲੈ ਕੇ ਜਾਂਦੇ, ਖੀਰਾਂ ਚੜ੍ਹਾਉਂਦੇ ਫਿਰਦੇ ਨੇ, ਉਹਦਾ ਵੀ ਇਤਿਹਾਸਕਾਰ ਕਹਿੰਦੇ ਹੱਥ ਸੀ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਵਿੱਚ। ਇੱਕ ਸਰਹੰਦ ਸ਼ੇਖ ਸਰਹੰਦੀ ਆਉਂਦਾ ਹੈ, ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉਹਦੇ ਨਾਲ ਇੱਧਰ ਮਕਬਰੇ ਬਣੇ ਹੋਏ ਨੇ ਇੱਕ ਪਾਸੇ, ਉਹਦਾ ਬੜਾ ਹੱਥ ਸੀ ਸਾਧ ਸੰਗਤ। ਇਹ ਜਿਹੜੇ ਸਖੀ ਸਰਬਰੀਏ ਸੀ, ਇਹ ਗੁਰੂ ਘਰ ਦੇ ਨਾਲ ਪਹਿਲਾਂ ਤੋਂ ਹੀ ਲੱਗਦੇ ਆਉਂਦੇ ਨੇ। ਹੁਣ ਸਾਡੇ ਲੋਕਾਂ ਨੂੰ ਪਤਾ ਨਹੀਂ ਕਿੱਥੇ ਤੱਕ ਗੱਲ ਸੀਮਿਤ ਰਹਿੰਦੀ। ਦਾਸ ਜਦੋਂ ਬੋਲਦਾ ਕਈਆਂ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਜੋ ਸੱਚ ਹੈ ਇਹ ਬੜਾ ਔਖਾ ਹੋਇਆ ਕਰਦਾ ਹੈ ਸੁਣਨਾ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਪਤਾ ਲੱਗਦਾ ਇਹਨਾਂ ਨੇ ਤਾਂ ਜ਼ੋਰ ਲਾਤਾ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਲਈ। ਅਸੀਂ ਇਹਨਾਂ ਦੇ ਮਗਰ ਚੁੱਕੀ ਫਿਰਦੇ ਹਾਂ, ਕਦੀ ਖੀਰਾਂ, ਕਦੀ ਦੁੱਧ, ਕਦੀ ਕਿਤੇ ਚਲੇ ਜਾਂਦੇ। ਅਸੀਂ ਆਪ ਦੇ ਸ਼ਹੀਦੀ ਪੁਰਬ ਵੀ ਬਣਾ ਲੈਣੇ, ਉਹਨਾਂ ਨੂੰ ਵੀ ਮਨਾਈ ਜਾਣਾ। ਨਹੀਂ ਸਾਧ ਸੰਗਤ ਜੀ, ਇਤਿਹਾਸ ਪੜ੍ਹ ਕੇ ਦੇਖੋ, ਇਹਨਾਂ ਦਾ ਬਹੁਤ ਵੱਡਾ ਹੱਥ ਹੈ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਵਿੱਚ। ਖੈਰ, ਇਹ ਭਾਈ ਤੀਰਥਾ ਸਾਧ ਸੰਗਤ ਜੀ ਸਖੀ ਸਰਬਰ ਦਾ ਮਰੀਦ ਹੈ। ਨਗਰਾਂ ਵਿੱਚ ਇਹ ਪ੍ਰਚਾਰ ਕਰਦਾ, ਪੀਰਖਾਨੇ, ਕਬਰਾਂ ਬਣਾਈਆਂ ਹੋਈਆਂ ਨੇ ਇਹਨੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ। ਅੱਜ ਇਹਦੇ ਕੰਨਾਂ ਦੇ ਵਿੱਚ ਦਾਸ ਬੇਨਤੀ ਕਰ ਰਹੇ ਸੁਣਨ ਦੀ। ਜਿਨ੍ਹਾਂ ਨੇ ਕੇਵਲ ਇੱਕ ਛਿਣ ਮਾਤਰ ਹੀ ਸੁਣ ਲਿਆ, ਉਹਨਾਂ ਦਾ ਭਲਾ ਹੋ ਗਿਆ, ਉਹਨਾਂ ਦੇ ਜੀਵਨ ਬਦਲ ਗਏ। ਇਹਦੇ ਕੰਨਾਂ ਦੇ ਵਿੱਚ ਅੱਜ ਕੀਰਤਨ ਕੋਈ ਗੁਰੂ ਦਾ ਸਿੱਖ ਕਰ ਰਿਹਾ ਹੈ, ਗੁਰਬਾਣੀ ਦਾ ਕੀਰਤਨ। ਗੁਰਬਾਣੀ ਦਾ ਕੀਰਤਨ ਜਦੋਂ ਇਹ ਲੰਘਣ ਲੱਗਾ ਸਾਧ ਸੰਗਤ, ਇਹਦੇ ਕੰਨਾਂ ਦੇ ਵਿੱਚ ਬਾਣੀ ਦੀਆਂ ਧੁਨਾਂ ਪਈਆਂ। ਹੁਣ ਸਪੀਕਰ ਲੱਗੇ ਨੇ, ਅੱਗੇ ਸਪੀਕਰ ਨਹੀਂ ਸੀ ਹੁੰਦੇ। ਕੋਲ ਦੀ ਲੰਘਦਾ ਬੰਦਾ ਕੰਨ ਵਿੱਚ ਆਵਾਜ਼ ਪੈ ਗਈ। ਹੁਣ ਤਾਂ ਸਪੀਕਰ ਆਪਣੇ ਚੱਲਦੇ ਨੇ, ਪੂਰੀ ਦੀ ਪੂਰੀ ਬਾਣੀ ਸੁਣਦੀਆਂ। ਫਿਰ ਵੀ ਕਈ ਐਸੇ ਲੋਕ ਨੇ, ਉਹ ਕਹਿੰਦੇ ਬੰਦ ਕਰੋ ਜੀ, ਸਾਡੇ ਤਾਂ ਕੰਨ ਪਾਟਦੇ ਆ। ਇਹੋ ਜਿਹੇ ਵੀ ਲੋਕ ਨੇ ਸੰਸਾਰ ਦੇ ਵਿੱਚ। ਖੈਰ ਸਾਧ ਸੰਗਤ, ਅੱਜ ਕੰਨਾਂ ਦੇ ਵਿੱਚ ਉਹ ਗੁਰਬਾਣੀ ਜਦੋਂ ਪਈ ਨਾ, ਇਹਦਾ ਹਿਰਦਾ ਜਿਹੜਾ ਉਹ ਸ਼ਾਂਤ ਹੋ ਗਿਆ।
ਉਹ ਸ਼ਾਂਤੀ ਇਹਨੂੰ ਜਿਹੜੀ ਪੀਰ ਦੀ ਆਰਾਧਨਾ ਕਰਦੇ ਨੂੰ ਨਹੀਂ ਆਈ, ਸਖੀ ਸਰਵਰ ਨੂੰ ਉਹਨੂੰ ਰੋਟ ਦਿੰਦਿਆਂ ਨਹੀਂ ਆਈ, ਉਹਦੀ ਮਨਾਉਤ ਕਰਦਿਆਂ ਨਹੀਂ ਆਈ। ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਘਰ ਦੀ ਬਾਣੀ ਸੁਣ ਕੇ ਇਹਦਾ ਹਿਰਦਾ ਠੰਡਾ ਠਾਰ ਹੋ ਗਿਆ, ਸ਼ਾਂਤੀ ਮਿਲੀ, ਇਹ ਰੁਕ ਗਿਆ। ਇਹ ਜਦੋਂ ਕੰਨਾਂ 'ਚ ਆਵਾਜ਼ ਪਈ ਨਾ, ਮਾਨੋ ਇਉਂ ਕਬੀਰ ਸਤਿਗੁਰ ਸੂਰਮੇ ਬਾਹਿਆ ਬਣ ਜੋ ਏਕ, ਲਾਗਤ ਹੀ ਭੋਇ ਗਿਰ ਪਰਿਆ ਪਰਿਓ ਕਰੇਜੈ ਛੇਕ। ਮਾਨੋ ਉਹ ਬਾਣੀ ਦੀ ਪੰਕਤੀ ਨਹੀਂ, ਇੱਕ ਤੀਰ ਬਣ ਕੇ ਇਹਦੇ ਹਿਰਦੇ ਵਿੱਚ ਲੱਗੀ। ਇਉਂ ਦੱਸਿਆ ਮਹਾਰਾਜ ਨੇ, ਤੀਰ ਮਾਰਿਆ ਗੁਰਾਂ ਬਾਣੀ ਵਾਲਾ ਐਸਾ, ਤੀਰ ਮਾਰਿਆ ਗੁਰਾਂ ਬਾਣੀ ਵਾਲਾ ਐਸਾ। ਐਸਾ ਗੁਰਬਾਣੀ ਦਾ ਤੀਰ, ਉਹ ਸ਼ਬਦ ਜਿਹੜੇ ਨੇ ਤੀਰ ਬਣ ਕੇ ਲੱਗੇ ਸਾਧ ਸੰਗਤ ਇਹਦੇ ਹਿਰਦੇ ਦੇ ਵਿੱਚ ਘਰ ਕਰ ਗਏ। ਸਾਡੇ ਹਿਰਦੇ ਵੀ ਨੇ, ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਦਰਸ਼ਨ ਵੀ ਕਰਦੇ ਹਾਂ, ਪੱਥਰ ਹੋ ਚੁੱਕੇ ਨੇ ਹਿਰਦੇ, ਗੱਲ ਮੰਨਦੇ ਨੇ ਗੁਰੂ ਸਾਹਿਬ ਦੀ। ਦਾਸ ਆਪਣੀ ਗੱਲ ਵੀ ਵਿੱਚੇ ਕਰਦਾ, ਸਾਡੇ 'ਤੇ ਹਜੇ ਉਹ ਅਸਰ ਨਹੀਂ ਹੋ ਰਿਹਾ ਜਿਹੜਾ ਹੋਣਾ ਚਾਹੀਦਾ ਹੈ। ਜਿਨ੍ਹਾਂ 'ਤੇ ਹੋਇਆ ਉਹ ਇੱਕੋ ਇੱਕ ਪੰਗਤੀ ਦਾ ਹੋ ਗਿਆ, ਥੋੜ੍ਹੇ ਛਿਣ ਵਿੱਚ ਹੀ ਹੋ ਗਿਆ, ਜਿਨ੍ਹਾਂ ਦੇ ਜੀਵਨ ਬਦਲੇ ਸਾਧ ਸੰਗਤ ਜੀ। ਹੁਣ ਜਦੋਂ ਉਹ ਬਾਣੀ ਸੁਣੀ, ਇਹਦੇ ਹਿਰਦੇ ਵਿੱਚ ਅਸਰ ਕਰ ਦਿੱਤਾ, ਰੁਕ ਕੇ ਸੁਣਦਾ, ਠੰਡ ਮਿਲਦੀ ਹੈ ਸਾਧ ਸੰਗਤ, ਬੜਾ ਆਨੰਦ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਕਹਿੰਦੇ ਨੇ ਮਹਾਰਾਜ, ਵਚਨ ਆਉਂਦਾ ਗੁਰਬਾਣੀ ਵਿੱਚ। ਇਹ ਜਾ ਕੇ ਉਹ ਗੁਰਸਿੱਖ ਦੇ ਕੋਲ ਪ੍ਰੇਮ ਦੇ ਨਾਲ ਫਿਰ ਬੈਠ ਜਾਂਦਾ ਹੈ। ਜਦੋਂ ਬਾਣੀ ਦੀ ਸਮਾਪਤੀ ਹੁੰਦੀ ਹੈ, ਸ਼ਬਦ ਦੀ ਸਮਾਪਤੀ ਹੁੰਦੀ, ਨੇ ਪੁੱਛਿਆ, ਕਹਿੰਦੇ ਭਾਈ ਇਹ ਕਿਹਦਾ ਕਲਾਮ ਪੜ੍ਹਦਾ, ਕਿਹਦਾ ਕਲਾਮ ਪੜ੍ਹਦਾ? ਮੇਰੇ ਮਨ ਦੇ ਵਿੱਚ ਇਤਨੀ ਸ਼ਾਂਤੀ, ਇਤਨੀ ਠੰਡਕ ਇਸ ਕਲਾਮ ਨੇ ਮੈਨੂੰ ਦਿੱਤੀ ਹੈ। ਸਾਧ ਸੰਗਤ ਉਹ ਕਹਿਣ ਲੱਗਾ, ਇਹ ਜੋ ਸ਼ਬਦ ਹੈ, ਇਹ ਜੋ ਗੁਰਬਾਣੀ ਹੈ, ਇਹ ਗੁਰੂ ਨਾਨਕ ਦੇ ਘਰ ਦੀ ਹੈ। ਕਹਿਣ ਲੱਗਾ ਗੁਰੂ ਨਾਨਕ ਦੇ ਘਰ ਦੀ? ਕਹਿੰਦੇ ਹਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਾਰਾ ਪੁੱਛਿਆ ਕਿੱਥੇ ਰਹਿੰਦੇ ਨੇ, ਕਿੱਥੇ ਵਸਦੇ ਨੇ, ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ। ਕਹਿੰਦੇ ਜਦੋਂ ਉਹ ਦੱਸਿਆ ਵੀ ਅਸੀਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਉਹ ਵਿਰਾਜ ਰਹੇ ਨੇ, ਸਾਧ ਸੰਗਤ ਉੱਥੇ ਦਰਸ਼ਨ ਦੇ ਰਹੇ ਨੇ। ਇਹ ਸਖੀ ਸਰਬਰ ਦਾ ਮਰੀਦ, ਸਾਧ ਸੰਗਤ ਬੜੇ ਬੜੇ ਜਿਹੜੇ ਸਖੀ ਸਰਬਰ ਦੇ ਮਰੀਦ ਹੋਏ ਨੇ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਭੌਰੇ ਬਣੇ। ਜਦੋਂ ਪਤਾ ਲੱਗਾ ਜੀਵਨ ਤਾਂ ਸਾਡਾ ਵਿਅਰਥ ਹੀ ਜਾ ਰਿਹਾ, ਮੜੀਆਂ ਮਸਾਣਾ ਕਬਰਾਂ ਨੂੰ ਪੂਜ ਕੇ, ਇੱਟਾਂ ਨੂੰ ਪੂਜ ਕੇ ਸਾਡਾ ਜੀਵਨ ਇਹ ਵਿਅਰਥ ਜਾ ਰਿਹਾ, ਇਹਦਾ ਕੋਈ ਲਾਭ ਤਾਂ ਹੈ ਨਹੀਂ, ਇਹਦਾ ਕੋਈ ਫਾਇਦਾ ਤਾਂ ਹੈ ਨਹੀਂ। ਸਾਧ ਸੰਗਤ ਮਹਾਰਾਜ ਦਾ ਪੁੱਛਿਆ, ਕਹਿੰਦੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਵਿਰਾਜ ਰਹੇ ਨੇ। ਅੱਜ ਸਮਾਂ ਬਣਿਆ, ਭਾਗ ਜਾਗੇ,
ਮਨ ਦੇ ਵਿੱਚ ਇੱਛਾ ਹੋਈ ਕਿ ਮਹਾਰਾਜ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ। ਜਿਨ੍ਹਾਂ ਦੀ ਬਾਣੀ ਇਤਨੀ ਹਿਰਦੇ ਨੂੰ ਠੰਡ ਦਿੰਦੀ, ਉਹਨਾਂ ਦੇ ਦਰਸ਼ਨ ਕਿਹੋ ਜਿਹੇ ਹੋਣਗੇ ਸਾਧ ਸੰਗਤ। ਸਮਾਂ ਬਣਿਆ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗਿਆ, ਮਹਾਰਾਜ ਸੰਗਤਾਂ ਨੂੰ ਉਪਦੇਸ਼ ਬਖਸ਼ ਰਹੇ ਨੇ, ਕਿਤੇ ਕਾਰ ਸੇਵਾ ਕਰਵਾ ਰਹੇ ਨੇ। ਜਦੋਂ ਇਹਨੇ ਗੁਰੂ ਘਰ ਦਾ ਸਾਰਾ ਵਰਤਾਰਾ ਦੇਖਿਆ ਨਾ, ਇਹਦਾ ਮਨ ਹੋਰ ਵੀ ਮਹਾਰਾਜ ਦੇ ਉੱਪਰ ਰੀਝ ਜਾਂਦਾ ਹੈ। ਹੁਣ ਮਹਾਰਾਜ ਉਹਦੇ ਸੰਗਤਾਂ ਬੈਠੀਆਂ ਨੇ, ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇਹ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋਈ ਜਾਂਦਾ ਹੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ, ਸਾਹਮਣੇ ਬਾਣੀ ਆਉਂਦੀ। ਨਿਹਾਲ ਹੋ ਗਿਆ ਦਰਸ਼ਨ ਕਰਕੇ। ਜਦੋਂ ਇਹਦਾ ਸਮਾਂ ਬਣਿਆ, ਵਾਰੀ ਆਈ, ਇਹਨੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਕੀ ਬੇਨਤੀ ਕੀਤੀ? ਸਾਧ ਸੰਗਤ ਦੋਵੇਂ ਹੱਥ ਜੋੜ ਲਏ। ਮੈਨੂੰ ਆਪਣਾ ਬਣਾ ਲਓ ਸੱਚੇ ਪਾਤਸ਼ਾਹ, ਕਰਦਾ ਮੈਂ ਬੇਨਤੀਆਂ। ਮੈਨੂੰ ਆਪਣਾ ਬਣਾ ਲਓ ਸੱਚੇ ਪਾਤਸ਼ਾਹ, ਕਰਦਾ ਮੈਂ ਬੇਨਤੀਆਂ। ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀ, ਮਹਾਰਾਜ ਮੈਨੂੰ ਵੀ ਆਪਣਾ ਬਣਾ ਲਓ। ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਕਹਿਣ ਲੱਗੇ, ਭਾਈ ਤੀਰਥਿਆ, ਤੂੰ ਤਾਂ ਭਾਈ ਪਹਿਲਾਂ ਹੀ ਕਿਸੇ ਦਾ ਮੁਰੀਦ ਆ, ਪਹਿਲਾਂ ਹੀ ਕਿਸੇ ਦਾ ਹੋ ਚੁੱਕਾ ਹਾਂ। ਸਿੱਖੀ ਤੇ ਸਿੱਖੀ ਟਿਕਿਆ ਨਹੀਂ ਕਰਦੀ। ਕਹਿਣ ਲੱਗਾ ਮਹਾਰਾਜ ਮੈਂ ਸਮਝਿਆ ਨਹੀਂ ਸਿੱਖੀ ਤੇ ਸਿੱਖੀ। ਕਹਿੰਦੇ ਤੂੰ ਤਾਂ ਸਰਬਰ ਦਾ ਮੁਰੀਦ ਹੋਇਆ ਫਿਰਦਾ। ਜਿਹੜਾ ਸਰਬਰ ਦਾ ਤੂੰ ਮੁਰੀਦ ਹੈ, ਹੁਣ ਤੂੰ ਸਾਨੂੰ ਕਹਿਣਾ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ। ਕਹਿੰਦੇ ਸਾਡੀ ਸਿੱਖੀ ਧਾਰਨੀ ਕਿਤੇ ਐਡੀ ਸੌਖੀ ਨਹੀਂ ਹੈ। ਸਿੱਖੀ ਜਿਹੜਾ ਸਿੱਖ ਬਣਨਾ ਗੁਰੂ ਨਾਨਕ ਦੇ ਘਰ ਦਾ, ਕਹਿੰਦੇ ਐਡਾ ਸੌਖਾ ਨਹੀਂ ਜਿੱਡਾ ਤੂੰ ਸੌਖਾ ਸਮਝ ਲਿਆ ਹੈ। ਕਹਿੰਦਾ ਮਹਾਰਾਜ ਕਿਰਪਾ ਕਰੋ। ਕਹਿੰਦੇ ਤੇਰਾ ਮਾਰਗ ਸੌਖਾ, ਤੈਨੂੰ ਆਪਣਾ ਉਹ ਪੀਰ ਮੁਬਾਰਕ, ਤੈਨੂੰ ਆਪਣਾ ਮਾਰਗ ਮੁਬਾਰਕ ਹੈ, ਕਿਉਂਕਿ ਆਹ ਮਾਰਗ 'ਤੇ ਚੱਲਣਾ ਬੜਾ ਔਖਾ ਹੈ। ਕਹਿੰਦਾ ਮਹਾਰਾਜ ਕਿਰਪਾ ਕਰਕੇ ਦੱਸੋ ਕਿਵੇਂ ਸੌਖਾ। ਕਹਿੰਦੇ ਦੇਖ, ਜਿਸ ਮਾਰਗ 'ਤੇ ਤੂੰ ਚੱਲਦਾ ਉੱਥੇ ਕੋਈ ਰੋਕ ਟੋਕ ਨਹੀਂ। ਤੂੰ ਸ਼ਰਾਬ ਪੀ, ਤੂੰ ਮਾਸ ਖਾ, ਤੂੰ ਹੋਰ ਜੋ ਵੀ ਹੈ ਸਾਧ ਸੰਗਤ ਆਪਣੇ ਮਨ ਦੀਆਂ ਆਈਆਂ ਤੂੰ ਕਰ ਸਕਦਾ ਹੈ, ਤੈਨੂੰ ਕੋਈ ਰੋਕ ਟੋਕ ਨਹੀਂ। ਇੱਧਰ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ, ਕਾਣ ਨਾ ਕੀਜੇ। ਇੱਥੇ ਗੁਰੂ ਨਾਨਕ ਦੇ ਘਰ ਵਿੱਚ ਤੈਨੂੰ ਸ਼ਰਾਬ ਤੋਂ ਵੀ ਰੋਕਣਾ, ਗੁਰੂ ਨਾਨਕ ਨੇ ਘਰ ਨੇ ਤੈਨੂੰ ਮਾਸ ਖਾਣ ਤੋਂ ਵੀ ਰੋਕਣਾ, ਗੁਰੂ ਨਾਨਕ ਦੇ ਘਰ ਨੇ ਤੈਨੂੰ ਮਾੜੇ ਕੰਮਾਂ ਤੋਂ ਵੀ ਵਰਜਣਾ। ਹੋਰ ਜਰਦੇ ਤੰਬਾਕੂ ਸਾਧ ਸੰਗਤ ਜੋ ਵੀ ਨਖਿੱਧ ਚੀਜ਼ਾਂ ਨੇ, ਇਹ ਸਾਰੀਆਂ ਤੋਂ ਤੈਨੂੰ ਗੁਰੂ ਨਾਨਕ ਦੇ ਘਰ ਨੇ ਵਰਜਣਾ ਹੈ, ਰੋਕਣਾ ਹੈ। ਤੈਨੂੰ ਚੰਗਾ ਨਹੀਂ ਲੱਗਣਾ। ਤੈਨੂੰ ਚਾਹੀਦੀ ਆ ਖੁੱਲ੍ਹ। ਤੂੰ ਜਿਸ ਧਰਮ ਨੂੰ ਮੰਨਦਾ, ਜਿਸ ਪੀਰ ਨੂੰ ਮੰਨਦਾ, ਉਸ ਦੇ ਵਿੱਚ ਹੀ ਰਹਿ। ਆਹ ਜਿਹੜਾ ਸਿੱਖੀ ਦਾ ਮਾਰਗ ਹੈ ਭਾਈ ਤੀਰਥਿਆ,
ये बड़ा औखा मार्ग है। किहो जिहा है? खन्यो तिखी वालों निकी एत मार्ग ਚੱਲਣਾ। ਅੱਜ ਕਾਹਦੇ ਨਹੀਂ ਸਿੱਖ ਬਣ ਕੇ ਰਾਜੀ? ਪਤਾ ਹੈ ਇਹਦੇ ਮਾਰਗ ਦੇ ਵਿੱਚ ਜਦੋਂ ਅਸੀਂ ਚੱਲਣਾ ਸਾਨੂੰ ਬਹੁਤ ਰਹਿਤਾਂ ਰੱਖਣੀਆਂ ਪੈਣੀਆਂ, ਸਾਨੂੰ ਮਨ ਨੂੰ ਸੰਜਮ ਵਿੱਚ ਲੈ ਕੇ ਆਉਣਾ ਪੈਣਾ, ਸਾਨੂੰ ਬੜਾ ਕੁਝ ਦੇਖਣਾ ਪੈਣਾ। ਮਨ ਚਾਹੁੰਦਾ ਮੈਨੂੰ ਖੁੱਲ੍ਹ ਖੇਲ ਮਿਲ ਜਾਵੇ, ਮੈਂ ਜੋ ਚਾਹਾਂ ਉਹ ਕਰਾਂ, ਮੈਨੂੰ ਕੋਈ ਰੋਕਣ ਵਾਲਾ ਨਾ ਹੋਵੇ। ਪਰ ਮਹਾਰਾਜ ਕਹਿੰਦੇ ਉਹ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲੋਂ, ਔਖੀ ਹੈ ਨਿਭਾਉਣੀ ਪਿਆਰਿਆ। ਤਿੱਖੀ ਹੈ ਖੰਡੇ ਦੀ ਧਾਰ ਨਾਲੋਂ, ਔਖੀ ਹੈ ਨਿਭਾਉਣੀ ਪਿਆਰਿਆ। तिखी है कंडे दी धार नालों, औखी है कमाउणी प्यारिया। महाराज कहन लगे ये बड़ी औखी है, ये बड़ी औखी है सिੱਖੀ ਜਿਹੜੀ ਕਮਾਉਣੀ ਹੈ ਸਾਧ ਸੰਗਤ, ਇਹ ਬੜੀ ਔਖੀ ਹੈ। ਭਾਈ ਤੀਰਥਾ ਤੂੰ ਜਿੱਥੇ ਟਿਕਿਆ ਉੱਥੇ ਟਿਕਿਆ ਰਹਿ। ਖੈਰ ਇਹਦਾ ਮਨ ਮੰਨ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ। ਕਹਿੰਦਾ ਲੱਗਾ ਮਹਾਰਾਜ ਜਿਵੇਂ ਕਿਵੇਂ ਵੀ ਹੈ ਮੈਂ ਆਪ ਜੀ ਦਾ ਹਰ ਬਚਨ ਮੰਨਾਂਗਾ, ਕਿਰਪਾ ਕਰਕੇ ਮੈਨੂੰ ਆਪ ਦਾ ਸਿੱਖੀ ਦਾਨ ਬਖਸ਼ੋ। ਮਹਾਰਾਜ ਕਹਿੰਦੇ ਜੇ ਸਿੱਖੀ ਧਾਰਨ ਕਰਨੀ ਹੈ ਨਾ ਇੱਕ ਕੰਮ ਕਰਨਾ ਪੈਣਾ। ਕਿਹੜਾ? ਹੁਣ ਸੰਸਾਰ ਕੀ ਚਾਹੁੰਦਾ? ਅਸੀਂ ਜੋ ਕੰਮ ਕਰਦੇ ਹਾਂ, ਜੋ ਸਾਡੇ ਚੱਲੀ ਜਾਂਦਾ ਹੈ ਪਹਿਲਾਂ ਤੋਂ, ਅਸੀਂ ਉਹ ਵੀ ਕਰਦੇ ਰਹੀਏ ਅਤੇ ਨਾਲ ਦੀ ਨਾਲ ਅਸੀਂ ਗੁਰੂ ਦੀ ਸਿੱਖੀ ਵੀ ਕਮਾ ਲਈਏ। ਸਾਧ ਸੰਗਤ ਇਹ ਦੋ ਗੱਲਾਂ ਨਹੀਂ ਹੋਣੀਆਂ, ਇਹ ਦੋ ਗੱਲਾਂ ਨਹੀਂ ਹੋ ਸਕਦੀਆਂ। ਮਹਾਰਾਜ ਕਹਿੰਦੇ ਇੱਕ ਬੇੜੀ ਵਿੱਚ ਹੀ ਤੈਨੂੰ ਬੈਠਣਾ ਪੈਣਾ ਹੈ। ਹੁਣ ਗੁਰੂ ਦਾ ਵਚਨ ਮੰਨ ਲਿਆ। ਮਹਾਰਾਜ ਕਹਿੰਦੇ ਜਾ ਕੇ ਢਾਹ ਦੇ ਪੀਰਖਾਨਾ। ਸਾਧ ਸੰਗਤ ਘਰ ਗਿਆ, ਘਰ ਜਾ ਕੇ ਜਿਹੜਾ ਪੀਰਖਾਨਾ ਬਣਾਇਆ ਹੋਇਆ ਹੈ ਕਹੀ ਚੱਕ ਲਈ। ਕਹਿੰਦੇ ਜਦੋਂ ਭੰਨਣ ਲੱਗਾ ਘਰ ਵਾਲਿਆਂ ਨੇ ਰੋਕ ਲਿਆ। ਇਹ ਮਾਰਗ ਇਸ ਕਰਕੇ ਔਖਾ ਹੈ, ਇੱਥੇ ਪਹਿਲਾਂ ਘਰ ਵਾਲੇ ਲੱਤਾਂ ਖਿੱਚਦੇ ਨੇ ਸਾਧ ਸੰਗਤ, ਬਾਕੀ ਤਾਂ ਬਾਹਰਦਿਆਂ ਦੀ ਗੱਲ ਤਾਂ ਬਾਅਦ ਦੀ ਹੈ। ਘਰਦਿਆਂ ਨੇ ਰੋਕ ਲਿਆ। ਇਹ ਕੀ ਕਰਨ ਲੱਗਾ? ਉਹ ਕਹਿੰਦਾ ਵੀ ਮੇਰੇ ਗੁਰੂ ਦਾ ਹੁਕਮ ਹੈ, ਮੈਂ ਆਪਣੇ ਗੁਰੂ ਦਾ ਹੁਕਮ ਵਜਾਉਣਾ। ਸਾਨੂੰ ਦੱਸਿਆ ਮਹਾਰਾਜ ਨੇ ਜੇ ਸਿੱਖੀ ਵਾਲੀ ਲਾਈਨ ਦੇ ਵਿੱਚ ਆਉਣਾ ਤੈਨੂੰ ਆਹ ਸਭ ਕੁਝ ਤਿਆਗਣਾ ਪੈਣਾ, ਕਰਨਾ ਪੈਣਾ। ਖਿਆਲ ਰੱਖੀ ਤੇਰਾ ਵਿਰੋਧ ਪਹਿਲਾਂ ਤੇਰੇ ਘਰ ਦੇ ਕਰਨਗੇ, ਫਿਰ ਤੇਰੇ ਮਹੱਲੇ ਵਾਲੇ ਕਰਨਗੇ, ਫਿਰ ਤੇਰੇ ਪਿੰਡ ਵਾਲੇ ਵੀ ਕਰਨਗੇ, ਪਰ ਤੂੰ ਘਬਰਾਈ ਨਾ। ਸਾਧ ਸੰਗਤ ਉਹ ਕਹਿਣ ਲੱਗਾ ਮੇਰੇ ਗੁਰੂ ਦਾ ਹੁਕਮ ਹੈ, ਇਹ ਮੈਂ ਪੀਰ ਦਾ ਪੀਰਖਾਨਾ ਸਖੀ ਸਰਬਰ ਦਾ ਢਾਹ ਦੇਣਾ ਹੈ। ਖੈਰ ਰੁਕਿਆ ਨਾ, ਪੀਰਖਾਨਾ ਢਾਹ ਦਿੱਤਾ। ਗੁਰੂ ਦਾ ਹੁਕਮ ਵਜਾਉਣਾ ਕਿਹੜਾ ਸੌਖਾ ਹੈ ਸਾਧ ਸੰਗਤ। ਹੁਣ ਉਹ ਜਦੋਂ ਢਾਹ ਦਿੱਤਾ ਘਰ ਦੇ ਬਰਖਲਾਫ ਹੋ ਗਏ। ਸਾਰੇ ਨਗਰ ਨੂੰ ਪਤਾ ਲੱਗਾ, ਭਾਈਚਾਰੇ ਨੂੰ ਪਤਾ ਲੱਗਾ, ਸਾਰੇ ਇਕੱਠੇ ਹੋ ਗਏ। ਇਹਨੂੰ ਭਾਈਚਾਰੇ ਤੋਂ ਵੀ ਛੇਕ ਦਿੱਤਾ, ਪਿੰਡ ਤੋਂ ਵੀ ਛੇਕ ਦਿੱਤਾ। ਸਾਧ ਸੰਗਤ ਕਹਿੰਦੇ ਕੋਈ ਵੀ ਇਹਦੇ ਨਾਲ ਸਾਂਝ ਨਹੀਂ ਰੱਖੇਗਾ। 500 ਬੰਦਾ ਇਹਦੇ ਨਾਲ ਤੁਰਿਆ ਕਰਦਾ ਸੀ, ਚੌਧਰੀ ਸੀ। ਸਾਧ ਸੰਗਤ ਇਹਦੇ ਕੋਲੋਂ ਚੌਧਰੀ ਵੀ ਖੋਹ ਲਈ। ਹੁਣ ਗੁਰੂ ਨੇ ਐਸੀ ਕਲਾ ਵਰਤਾਉਂਦਾ ਗੁਰੂ ਕਲਾ। ਹੁਣ ਜਿਹੜੇ ਦੂਸਰੇ ਸੀ ਉਹ ਕਹਿੰਦੇ ਕਿਵੇਂ ਭਾਈ ਦੇਖ ਲਾ ਹਜੇ ਇੱਕ ਪੈਰ ਪੱਟਿਆ ਗੁਰੂ ਵੱਲ, ਤੇਰੇ ਕੋਲ ਚੌਧਰ ਵੀ ਜਾਂਦੀ ਲੱਗੀ। ਸਾਰਿਆਂ ਨੇ ਤੇਰਾ ਬਾਈਕਾਟ ਕਰ ਦਿੱਤਾ। ਉਹ ਕਹਿਣ ਲੱਗਾ ਕੋਈ ਗੱਲ ਨਹੀਂ, ਕਰ ਦਿੱਤਾ ਬਾਈਕਾਟ ਤਾਂ ਕੋਈ ਗੱਲ ਨਹੀਂ। ਮੇਰਾ ਰੁਸੇ ਨਾ ਸਤਿਗੁਰੂ ਪਿਆਰਾ, ਜਗ ਭਾਵੇਂ ਸਾਰਾ ਰੁਸ ਜੇ। ਮੇਰਾ ਰੁਸੇ ਨਾ ਸਤਿਗੁਰੂ ਪਿਆਰਾ, ਜਗ ਭਾਵੇਂ ਸਾਰਾ ਰੁਸ ਜੇ।
परवाह नहीं, घर वाले रुसदे रुस जान, शरीका रुसदा रुस जावे, नगर वाले रुसदे रुसी जान, मैनू कोई फर्क नहीं पैंदा, मेरा गुरु ना मेरे वालों मुख मोड़ लवे। बड़े औखी घाटी साध संगत। असीं पहलां देखते हैं भी साडे घर दे की कहणगे, फिर देखते हैं साडा शरीका है साडे नाल, फिर देखते हैं पिंड वाले नाल आ, फिर कोई काम करिए। ये मार्ग नहीं ऐसा। इत्थे तां बस अपना सिर आप तली ते रख के तुरना पैंदा, किसी वाल नहीं देखना पैंदा, किसी की उड़ीक नहीं करनी कि आओ मेरे नाल चलू तो मैं चलूँगा। इत्थे तां अपना मार्ग आप ही पैंडा तय करना पैंदा है। हुण ये भाई तीरथा भी करता है। साध संगत सारिਆਂ ने जवाब दे दिता। नगर वाले भी बरखिलाफ हो गए। कहते महाराज ने होर कला बरदा दी। कहते घर दे विच जो पशु पासी साध संगत तो ऐसी कला मालक की वरती, सारे डंगर ये मर जाते हैं। हुण जिहड़े शरीक ने, जिहड़े होर घर वाले ने, वो कहते देखिया तू पीर नूं छड्ड दिता, गुरु अर्जन का सिख बन गया, देख पीर की करोपी तेरे सारे पशु मर गए। साध संगत कंगाली आ गई घर दे विच। आपां देखदे ना कई दफ़ा अपने नाल भी हुंदा, माड़ा मोटी कसवट्टी लगती है तो नाल दे तांजा करन लग पैंदे। कहंदे देखिया तू अमृत छक लिया, तू गुरु वाला बन गया, आ तेरे नाल आ हो गया, तेनों घाटा पै गया, तेरे कोल की है। साध संगत ये बड़ा कुछ सहना पैंदा। जदों साखियां पढ़दे पता लगदा उन्हां दा तां कख नहीं रहा। ये सिक्खी जिहड़ी है कमाउणी बड़ी औखी है। वो कहंदा कोई गल नहीं, पशु पा भी मर गया, मैनूं कोई फर्क नहीं पैंदा। साध संगत महाराज जदों जीवन पढ़ते हैं सानूं इन्हां गुरमुखां दे जीवन पढ़ के सिੱਖਿਆ मिलती है, सेध मिलती है। तो महाराज के चरणों के विच बेनतियां करता है भाई तीरथा, सच्चे पातशाह जिमें किमें भी है मैनूं अपना बना लो। महाराज सब कुछ जानदा लगा, पर एक बेनती करता रहा गरीब नवाज के चरणों के विच, हथ सिर ते रखियो जी जद मैं डोला, जद मैं डोला, हथ सिर ते रखियो जी जद मैं डोला, जद मैं डोला। मेरा डोलदा होवे, डोलदा होवे जद मन डोलदा होवे, जद मैं डोला, जद मैं डोला, हाथ सिर ते रखियो जी जद मैं डोला, जद मैं डोला। चरणों में बेनतियां करता आपां भी करनियां। जो गुरु के राह पर चलना बड़ा कुछ होना, फिर आप बेनतियां करनियां, महाराज आप ही कृपा रखियो, डोलन तो बचाओ। साध संगत पे गुरु कृपा करता है। खैर घर बार छड्ड के अमृतसर साहिब की धरती ते गुरु अर्जन देव जी महाराज के चरणों के विच आ जाता है। इत्थे हुण सेवा करता है, प्रशादा पानी छकदा। कहंदे महाराज ने पूछा भाई तीरथा आया सी की करदा हुंदा? कहंदे महाराज वो सेवा करया करदा ना। कहंदे प्रशादा, कहंदे लंगर चों छक लैंदा। महाराज कहंदे उहनूं कहो लंगर चों प्रशादा छकदा नाले सेवा करदा, प्रशादा छकी जाना उहदा की फायदा। साध संगत सेवा दुगनी कर दित्ती। कहंदे लकड़ां लियाउण लग पिया। एक भरा महाराज के लंगरां विच रखदा, एक जमा कर लैंदा, सेवा करदा, फिर प्रशादा बाहरों छकदा है अपनी मेहनत करके। महाराज ने बड़ियां कसवटियां लाइयां। कबीर कसौटी राम की झूठा टिके न कोए, राम कसौटी सो सहे जो मर जीवा होए। हुण अपने तो कोई कसवटी नहीं ना एडी लगदी। आपां फिर सिੱਖੀ तो मुनकर होए बैठे हाँ। उपरों उपरों दिखावे मात्र तो सिੱਖ लगते हैं बनते हैं, पर साडा हिरदा नहीं ਸਿੱਖੀ ਨੂੰ धारण करता। साध संगत जी अंदरों सिੱਖੀ बननी मंगाउणी पैनी है। साध संगत
ਹੁਣ ਜਦੋਂ ਇਉਂ ਸੇਵਾ ਕਰਕੇ ਫਿਰ ਮਹਾਰਾਜ ਪੁੱਛਿਆ, ਕਹਿੰਦੇ ਮਹਾਰਾਜ ਕਹਿੰਦੇ ਹੁਣ ਕਿਵੇਂ ਕਰਦਾ ਸੇਵਾ? ਕਹਿੰਦੇ ਮਹਾਰਾਜ ਸੇਵਾ ਕਰਦਾ, ਬਾਦਨ ਲਿਆ ਕੇ ਭਰੀਆਂ ਢੋ ਕੇ ਅੰਦਰ ਲੰਗਰ ਲਈ ਰੱਖਦਾ ਹੈ। ਕਹਿੰਦੇ ਪ੍ਰਸ਼ਾਦਾ ਕਹਿੰਦੇ ਮਹਾਰਾਜ ਬਾਹਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਪ੍ਰਸ਼ਾਦਾ ਆਪ ਹੀ ਛਕਦਾ ਹੈ। ਕਸਵੱਟੀ ਅਤੇ ਕਸਵੱਟੀ ਗੁਰੂ ਅਰਜਨ ਸੱਚੇ ਪਾਤਸ਼ਾਹ ਲਾਈ ਜਾਂਦੇ ਨੇ, ਪਰ ਧੰਨ ਭਾਈ ਤੀਰਥਾ ਇਤਿਹਾਸ ਵਿੱਚ ਭਾਈ ਮੰਝ ਜੀ ਕਰਕੇ ਮਹਾਰਾਜ ਨੇ ਇਹਨੂੰ ਵਰ ਬਖਸ਼ਿਆ ਸੀ। ਕਹਿੰਦੇ ਅੱਜ ਹੋਰ ਕਸਵੱਟੀ ਲਾਤੀ, ਇਹ ਲੱਕੜਾਂ ਇਕੱਠੀਆਂ ਕਰਦੇ ਨੇ। ਕਹਿੰਦੇ ਐਸੀ ਕਾਲੀ ਕਟਾ ਚੜੀ, ਹਨੇਰਾ ਹੋ ਗਿਆ, ਹਨੇਰੀ ਵਗਦੀ ਹੈ। ਕਹਿੰਦੇ ਲੱਕੜਾਂ ਦਾ ਭਰਾ ਸਿਰ 'ਤੇ ਚੱਕਿਆ ਆਉਂਦਾ ਹੈ, ਕੁਝ ਦਿਸਦਾ ਨਹੀਂ ਹੈ। ਰਸਤੇ ਦੇ ਵਿੱਚ ਇੱਕ ਖੂਹ ਹੈ, ਖੂਹ ਦੇ ਵਿੱਚ ਸਾਧ ਸੰਗਤ ਇਹ ਡਿੱਗ ਪੈਂਦਾ ਹੈ। ਡਿੱਗਦਾ ਇਤਿਹਾਸਕਾਰ ਕਹਿੰਦਾ ਸਾਰੀ ਰਾਤ ਇਹ ਖੂਹ ਦੇ ਵਿੱਚ ਰਹਿੰਦਾ, ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਾ। ਜਿਹੜਾ ਭਰਾ ਹੈ ਸਿਰ 'ਤੇ ਰੱਖਿਆ ਹੈ ਉਹਨੂੰ ਡਿੱਗਣ ਨਹੀਂ ਦਿੰਦਾ ਹੈ, ਖੜਾ ਰਹਿੰਦਾ ਹੈ ਖੂਹ ਦੇ ਵਿੱਚ। ਇੱਧਰ ਕਹਿੰਦੇ ਮਹਾਰਾਜ ਵੀ ਉਹ ਜਿੱਥੇ ਖੂਹ ਦੇ ਵਿੱਚ ਕੋਲ ਡਿੱਗਿਆ ਹੈ ਕਿਸੇ ਨਗਰ ਦੇ ਵਿੱਚ, ਉਸ ਸਥਾਨ 'ਤੇ ਨੇੜੇ ਪ੍ਰਚਾਰ ਕਰ ਰਹੇ ਸੀ। ਕਹਿੰਦੇ ਮਹਾਰਾਜ ਇਹ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੈ। ਕਿਸੇ ਨੇ ਸੁਣਿਆ, ਕਹਿੰਦੇ ਵੀ ਕੋਈ ਬੰਦਾ ਡਿੱਗਿਆ ਹੈ ਖੂਹ ਦੇ ਵਿੱਚ। ਸਾਧ ਸੰਗਤ ਇੱਧਰ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਤਾਂ ਸਭ ਕੁਝ ਸੀ। ਹੁਣ ਮਹਾਰਾਜ ਜਦੋਂ ਇਹ ਡਿੱਗਦਾ ਹੈ ਖੂਹ ਦੇ ਵਿੱਚ, ਉਚਾਰਨ ਕਰਦਾ ਵਾਹਿਗੁਰੂ ਵਾਹਿਗੁਰੂ ਦਾ, ਮਹਾਰਾਜ ਕਹਿੰਦੇ ਇੱਧਰ ਕਥਾ ਕਰ ਰਹੇ ਸੀ। ਐਸੀਆਂ ਖਿੱਚਾਂ ਪਈਆਂ, ਸਤਿਗੁਰ ਛੱਡ ਕੇ ਸਿੰਘਾਸਣ ਆ ਗਏ, ਵਧੇ ਹੋਏ ਸੱਚੇ ਪ੍ਰੇਮ ਦੇ। ਸਤਿਗੁਰ ਛੱਡ ਕੇ ਸਿੰਘਾਸਣ ਆਏ, ਵਧੇ ਹੋਏ ਸੱਚੇ ਪ੍ਰੇਮ ਦੇ। ਅੱਧੇ ਸਤਿਗੁਰ ਕਹਿੰਦੇ ਆਪਣੇ ਸਿੰਘਾਸਨ ਤੋਂ ਉੱਠ ਕੇ ਉੱਧਰ ਭੱਜਦੇ ਨੇ ਜਿੱਥੇ ਭਾਈ ਮੰਝ ਖੂਹ ਦੇ ਵਿੱਚ ਗਿਰਿਆ ਹੋਇਆ ਹੈ। ਕਹਿੰਦੇ ਮਹਾਰਾਜ ਨੇ ਲੱਜ ਲੈ ਕੇ ਨਾਲ ਦੇ ਸਿੱਖਾਂ ਨੂੰ ਲੈ ਕੇ ਲੱਜ ਥੱਲੇ ਸਿੱਟੀ, ਰੱਸਾ ਥੱਲੇ ਸਿੱਟਿਆ। ਕਹਿੰਦੇ ਭਾਈ ਮੰਝ ਆ ਰੱਸਾ ਫੜ ਤੇ ਉੱਪਰ ਆ ਜਾ। ਕਹਿੰਦੇ ਸਾਧ ਸੰਗਤ ਪਹਿਲਾਂ ਭਾਈ ਮੰਝ ਨੇ ਉਹ ਜਿਹੜਾ ਲੱਕੜੀਆਂ ਦਾ ਭਰਾ ਹੈ ਸਾਧ ਸੰਗਤ ਉਹ ਰੱਸੇ ਦੇ ਨਾਲ ਬੰਨ੍ਹਿਆ। ਕਹਿੰਦੇ ਤੂੰ ਆ ਜਾ। ਕਹਿੰਦੇ ਨਹੀਂ ਮਹਾਰਾਜ, ਗੁਰੂ ਦੇ ਲੰਗਰਾਂ ਦਾ ਇਹ ਲੱਕੜਾਂ ਦਾ ਭਰਾ ਹੈ, ਪਹਿਲਾਂ ਇਹਨੂੰ ਖਿੱਚੋ, ਮੈਂ ਬਾਅਦ ਵਿੱਚ ਆ ਜਾਵਾਂਗਾ। ਖੈਰ ਲੱਕੜਾਂ ਪਹਿਲਾਂ ਸਾਧ ਸੰਗਤ ਬੰਨ੍ਹ ਕੇ ਉਹ ਲੱਜ ਦੇ ਨਾਲ ਖਿੱਚੀਆਂ ਗਈਆਂ। ਬਾਅਦ ਵਿੱਚ ਭਾਈ ਮੰਝ ਨੂੰ ਫਿਰ ਸਾਧ ਸੰਗਤ ਰੱਸਾ ਪਾ ਕੇ ਉਹ ਖਿੱਚਿਆ ਗਿਆ। ਬਾਹਰ ਆਇਆ ਮਹਾਰਾਜ ਤੇ ਜਦ ਦੇਖਿਆ ਸਾਹਮਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਚਰਨਾਂ 'ਤੇ ਢਹਿ ਪੈਂਦਾ ਹੈ। ਮਹਾਰਾਜ ਬਖਸ਼ ਲਓ ਗਰੀਬ ਨਵਾਜ਼। ਕਹਿੰਦੇ ਭਾਈ ਮੰਝ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰੀਖਿਆ ਵਿੱਚੋਂ ਪਾਸ ਵੀ ਕਰ ਦਿੱਤਾ। ਆਪ ਵੀ ਕਸੌਟੀ ਲਾਉਂਦੇ ਨੇ, ਆਪ ਹੀ ਸਾਧ ਸੰਗਤ ਫਿਰ ਪਾਸ ਕਰਦੇ ਨੇ। ਕਹਿੰਦੇ ਮਹਾਰਾਜ ਨੇ ਫਿਰ ਤੇ ਵਰ ਦਿੱਤਾ ਸੀ ਭਾਈ ਮੰਝ ਨੂੰ। ਭਾਈ ਮੰਝ ਨੂੰ ਵਰ ਦਿੱਤਾ, ਤੂੰ ਬਹੁਤਾ ਹੈ, ਜਿਹੜਾ ਤੇਰੇ ਨਾਲ ਜੁੜ ਜਾਵੇਗਾ, ਤੇਰੀ ਸੰਗਤ ਕਰੇਗਾ, ਤੂੰ ਤਾਂ ਤਰਿਆ, ਤੂੰ ਭਵ ਸਾਗਰ ਤੋਂ ਉਹਨੂੰ ਵੀ ਪਾਰ ਕਰ। ਮੰਝ ਨੇ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬਹੁਤਾ ਜਗ ਲੰਘਣ ਹਾਰਾ। ਮਹਾਰਾਜ ਨੇ ਉਹਨੂੰ ਜਹਾਜ਼ ਕਿਹਾ। ਇੱਧਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜਹਾਜ਼ ਕਿਹਾ, ਬਾਣੀ ਦਾ ਬੋਹਿਤ। ਇੱਧਰ ਭਾਈ ਮੰਝ ਨੂੰ ਵੀ ਮਹਾਰਾਜ ਨੇ ਖਿਤਾਬ ਬਖਸ਼ਿਆ ਹੈ। ਸੋ ਸਾਧ ਸੰਗਤ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਮਹਾਰਾਜ ਦੇ ਪੂਰਨ ਭਰੋਸੇ ਦੇ ਨਾਲ ਸੇਵਾ ਕਰਦਾ ਸੀ। ਗੁਰੂ ਕਸਵੱਟੀਆਂ ਲਾਉਂਦਾ ਹੈ। ਕਈ ਦਫਾ ਅਸੀਂ ਥਿਰਕ ਜਾਂਦੇ ਹਾਂ, ਪਰ ਨਾਲ ਦੀ ਨਾਲ ਅਰਦਾਸਾਂ ਬੇਨਤੀਆਂ ਕਰੀ ਜਾਵਾਂਗੇ, ਸਾਡਾ ਬਚਾਅ ਹੋ ਜਾਵੇਗਾ। ਤੋ ਮਹਾਰਾਜ
वो जिहड़ा सखी सरवर का इतना तकड़ा मुरीद सी, वो गुरु अर्जन देव जी महाराज के घर दे विच जदों आया, कसवटियां चों पार होया तो वो गुरु महाराज के घर का बहुत प्रमुख सिखां दे विच उहदा नाम आया है। कहंदे भाई मंझ ने फिर महाराज के चरणों च बेनती की, कहते मंझ मंग ला की मंगदा, तेरी सेवा तो असी बड़े परेशान हाँ। कहते दोवें हाथ जोड़ ले। अज महाराज के चरणों च हाथ जोड़ के खड़ गया, कहता महाराज जिमें मेरी परीक्षा लई ना, आने वाले सिखां दी परीक्षा ना लियो महाराज, किसी ने पास नहीं होना। ये भाई मंझ की किरपा है। अज साडे ते बड़ियां 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 कसवटियां नहीं लगदियां, परचा तो पैना ही आ। जे असी पढ़ाई करते हाँ, परचे दिते तो बगैर कोई पास होया अज तक? देख लो स्कूलों का भी, इस संसार का भी यही नियम है, इवें गुरु घर का भी नियम है। वो फिर परचे वड्डे नहीं गुरु पाउंदा, वो छोटे छोटे पा दिया करता। रोज़ साडा परचा पैंदा, असी रोज़ ही फेल हो जाते, पर फिर भी बेनती करी दी महाराज जिमें किवें आ। एक सिफारशी नंबर होंदे ने, सिफारशी कहते भी आ वो नंबरां दे नाल बच्चा पास होया, महाराज इवें किते सानू पास कर लियो। वो भाई मंझ ने फिर महाराज जी कोल वचन लिया सी, महाराज एडियां कसवटियां आउण वाले सिखां ते ना पायो, किसी दे कोलों ये कसवटियां पार नहीं होईयां। ये भाई मंझ की किरपा अपने सारिਆਂ ते होई है। आपां रहती पास भी हो जाइए तां भी अपनी बहुत महान, मैं समझूंगा साध संगत बहुत बड़ा महात्मा है। गुरु महाराज किरपा कर साडे कोल सेवा लेंदे रहन। दास बेनती कर दे कि ये जिहड़ा मार्ग है ना, ये बड़ा औखा है, ये तो एक मार्ग ते चलना पैना। वो जिहड़ी मनमत है भाई तीर्थे ने, भाई मंझ ने छड्ड के गुरमत नूं धारण कीता सी। असीं तुसीं जितने भी आउंदे हाँ इत्थे मनमत नूं छड्ड के गुरमत धारण करन दे लई आउंदे हाँ। दो दो चेहरे लैके ना संसार दे विच फिरीए साध संगत, उधर वो कबरां भी पूजी जाइए, वो पीर भी मनाई जाइए, होर भी बच्चों नूं भी कहा अमृत छक लिया, एवें डोलू चक के कड़ी बदले ना किसी ढोल ढमक्के दे पिछे तुरे फिरियो। लोगों ने कहना देखो गुरु दे सिख कित्थे मंगते पानी फिरदे, सानूं दाते बनाया, अमृत छकना, इन्हां गल्लां दा ख्याल रखियो, एवें ना रोटी दे बदले किते दर दर ते जाके मंगते बनते फिरियो। सानूं राजे बनाया है, दाते बनाया, गुरु नानक दे घर में सब कुछ इत्थों ही मंग लियो। सो साध संगत किरपा करे गुरु नानक सच्चे पातशाह असीं उहदे घर दे सिख बन जाइए, साडे ते रहमतां बख्शिशां कर देन। तो आओ एक बेनती करके फिर मैं समाप्ति करां। हर महीने मस्या मनाई जाती है। सो संगतां नूं बेनती है कि हर एक नूं प्रेर के कोई संगत बना लवे प्रोग्राम भी इतने बजे इत्थे पहुँचना है, उदास नूं दस देण जां बुलारा परिवार नूं सारिਆਂ नूं दस देण। असीं उत्थे ट्राली ला दिया करांगे, उस समय दे नाल संगतां नूं ले आया करांगे। इत्थे हुण सब कुछ बनया है, खावो खर्चो रल मिल भाई, तोड़ ना आवे वध हो जाए। इत्थे किस चीज़ की कमी है? बस संगत का प्रेम चाहिए, संगत आनी चाहिए है। दास रात का परसों दीवान से कुक्कड़ पिंड, जितनी कि दूर आपां महापुरखों का स्थान आ, वो शहीदों का स्थान आ। रात नूं सारी संगत उत्थे पूरा हाल फुल सी, साध संगत सारी संगत आई सी, बीबियां बच्चे भाई माई सब उत्थे सी। आपां नूं की गल, मैं उत्थे विचार कर रहा सी, डॉक्टर साहब ने भी देख लो ये भी स्थान उतना कि दूर ही आ। श्रद्धा की गल है, किसी के कहे कहाए कि आपदे हिरदे विच श्रद्धा होवे जरूर हाज़री भरिया करो। साध संगत इत्थे खर्चा स्थान ते आ जां ये परिवार वाले करते लंगर पानी का, आपां तां आके छकना ही है। महाराज किरपा कर नाले हाज़री भर हो जाती है। मैं दास बेनती तां करदा भी एडियां एडियां कसवटियां ला के सिੱਖੀ प्राप्त कर लई, आपां तां हुण कुछ भी नहीं करना पैना। असीं तां इत्थे तक भी कहने दस दिया करो, सलाह करके भी इतने बीबियां माइयां ने ट्राली चाहिदी है जां गड्डी आ, असीं वो लैके इत्थे जरूर आया करांगे, छड्ड के भी आया करांगे भाई। लंगर प्रशादा बनया हुंदा, ये सब दे लई साझा है। सो इतना को उद्यम जरूर करिया करो। महीने 'च एक दिन आपां इत्थे मस्सिया दा रख लो। आपां जाते नहीं मढ़ साहब, होर किते भी जाते आपां तुर तुर के लोग जाते नहीं, दास देखदा हुंदा। पर इधर अपने घर मैनूं किसी ने पुछया तुसीं मढ़ साहब जाते? मैं कहा यार 7 महापुरख साडे पिंड दे विच आ, मैं कित्थे जाना? 7 महापुरख साडे पिंड दे विच ने, असीं जदों सब कुछ इत्थे ही आ। आपां होर भी जाने, इत्थे आके नतमस्तक होकर सेवा करिए रल मिल के सारे प्रेम दे नाल। समय नाल ही आपां समाप्ति कर दिंदे, कोई भी नहीं बहुत समा लाउणा हुंदा है। सो मेरी ये बेनती जरूर इत्थे गौर करियो भाई। इत्थे स्थान ते आके आपां बख्शिशां दा महाराज दे दाते ने, बख्शिशां दे महापुरख सब कुछ इन्हां कोले मिलदा आपां, ते इत्थे आके आपां अपणियां हाज़रियां भर के अपना जीवन सफला करिए। आओ एक धारणा पढ़ के फिर आपां समाप्ति है। अगला समा भाई साहब ने लाउणा, पर इन्हां नूं दस्सिया नहीं सी पहिलां भी असीं भी समा लाउणा, जरूर मैनूं दस दिया कर, तो उस हिसाब नाल समय की एडजस्टमेंट हो जाती है। सूरमा वो नहीं है, गुरबाणी में सूरमा कहा जिन्हों नाम का रंग लग गया। सो कहियत है सूरा, सो कहियत है सूरा, सो कहियत है सूरा, सो कहियत है सूरा।
हर रंग लागो इस जुग में, जाको हर रंग लागो इस जुग में। सो कहियत है सूरा, सो कहियत है सूरा, सो कहियत है सूरा, सो कहियत है सूरा। तो महाराज कहते जिन्होंने नाम का रंग लग गया वो सूरमा है, वो सूरमा पाई।